ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਸਬਜੈਕਟ ਭੱਟ ਸਾਹਿਬਾਨ ਬਾਰੇ ਹੈ। ਭੱਟ ਸਾਹਿਬਾਨ ਨੂੰ ਮਾਨ ਪ੍ਰਾਪਤ ਹੋਇਆ, ਉਹਨਾਂ ਦੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ। ਇਹ ਭੱਟ ਸਾਹਿਬਾਨ ਬਾਰੇ ਕੁਝ ਸ਼ੁਰੂ ਤੋਂ ਮਤਭੇਦ ਵਿਚਾਰਾਂ ਵਿੱਚ ਵੀ ਰਹੇ ਹਨ। ਭੱਟ ਕਿੱਥੋਂ ਦੇ ਰਹਿਣ ਵਾਲੇ ਸਨ? ਇਹ ਭੱਟ ਕਿੱਥੋਂ ਦੇ ਵਸਨੀਕ ਸਨ? ਇਹ ਭੱਟਾਂ ਦੀ ਗਿਣਤੀ ਕਿੰਨੀ ਸੀ? ਕਿੰਨੇ ਭੱਟ ਗੁਰੂ ਸਾਹਿਬਾਨ ਕੋਲ ਆਏ? ਭੱਟਾਂ ਦੇ ਨਾਮ ਵੱਖਰੇ ਵੱਖਰੇ, ਭੱਟ ਦੇ 2-2, 3-3, 4-4 ਨਾਮ ਵੀ ਸੀ। ਇਹ ਗਲਤੀ ਕਿੱਥੇ ਲੱਗੀ, ਟਪਲਾ ਕਿੱਥੇ ਲੱਗਾ? तो ये पूरी जानकारी अज असी प्राप्त करांगे, क्योंकि जिहड़े गुरु व्यक्तियों के नाल गुरु प्यारियां दी बाणी भी दर्ज है, वो भी उन्हें सत्कारयोग हैं। भावें भगत साहबान हो, आप जानते हो 15 भगत, 11 भट्ट और 3 गुरसिखा की बाणी सतगुरु गुरु ग्रंथ साहिब अंदर दर्ज है। कुल 35 व्यक्तियों की गुरबाणी है जिहड़ी गुरु ग्रंथ साहिब अंदर दर्ज है। जिथे गुरु साहिबान की बाणी नूं मत्था टेकते हाँ, उत्थे गुरु ग्रंथ साहिब दर्ज भट्ट साहिबान की बाणी, भगतां की बाणी, उन्होंने भी असीं नाल नमस्कार करते हैं। तो जरूरी है कि उन्होंने जिन्हां की बाणी गुरु ग्रंथ साहिब दर्ज है, उन्हों के बारे सानूं जानकारी होवे। तो अज असीं भट्ट साहिबान बारे जानकारी प्राप्त कर रहे हैं वीर जी फूला सिंह जी पासों, वाशिंगटन तो। वीर जी कृपा करो जी, अज दी विचार आरंभ करो। वीर फूला सिंह जी। वाहिगुरू जी का खालसा, वाहिगुरू जी की फतेह। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरू जी का खालसा, वाहिगुरू जी की फतेह। अज का विषय है भट्टां दे सवैयां बारे जानकारी। भाई कान सिंह नाभा जी के महान कोश ਅਤੇ ਡਾਕਟਰ ਰਤਨ ਸਿੰਘ ਜੱਗੀ ਦੇ ਸਾਹਿਤ ਕੋਸ਼ ਅਨੁਸਾਰ ਪਾਠ ਦੇ ਅਰਥ ਹਨ ਬੋਲਣਾ, ਚਰਚਾ ਕਰਨਾ, ਵਾਦ ਵਿਵਾਦ ਕਰਨਾ ਜਾਂ ਪਹਾੜੇ ਅਥਵਾ ਕਿਰਾਏ ਪਰ ਲੈਣਾ। ਪਹਾੜੇ ਤੇ ਲਿਆ ਹੋਇਆ ਸਿਪਾਹੀ ਜਾਂ ਯੋਧਾ ਵੀ ਪਾਠ ਅਖਵਾਉਂਦਾ ਹੈ। ਇਸ ਸ਼ਬਦ ਦੇ ਹੋਰ ਅਰਥ ਹਨ ਨੌਕਰ, ਪਹਾੜਾ ਜਾਂ ਕਿਰਾਇਆ ਆਦਿ। ਪੱਬਾ ਅੱਖਰ ਨੂੰ ਅਲਕ ਲਾ ਦੇਣ ਨਾਲ ਪਾਠ ਸ਼ਬਦ ਪੱਟ ਬਣ ਜਾਂਦਾ ਹੈ। ਇਸ ਦੇ ਅਰਥ ਵੀ ਬਦਲ ਜਾਂਦੇ ਹਨ। ਪੱਟ ਦੇ ਅਰਥ ਹਨ ਉਹ ਕਵੀ ਜੋ ਕਿਸੇ ਦੀ ਉਸਤਤ ਦਾ ਗਾਇਨ ਕਰੇ ਜਾਂ ਉਸਤਤ ਦੀ ਕਵਿਤਾ ਪੜ੍ਹੇ। ਰਾਜ ਦਰਬਾਰ ਵਿੱਚ ਰਾਜਿਆਂ, ਮਹਾਰਾਜਿਆਂ, ਰਾਜਕੁਮਾਰਾਂ, ਸੂਰਬੀਰਾਂ ਤੇ ਯੋਧਿਆਂ ਦੀ ਕੀਰਤੀ ਨੂੰ ਕਾਵਿ ਵਿੱਚ ਗਾਉਣ ਵਾਲੇ ਪੱਟ ਅਖਵਾਉਂਦੇ ਹਨ। ਵੇਦ ਬਾਣੀ ਤੋਂ ਭਲੀ ਭਾਂਤ ਜਾਣੂ ਅਥਵਾ ਵੇਦਾਂ ਦੇ ਵੇਤਾ ਤੇ ਗਿਆਤਾ ਨੂੰ ਵੀ ਪੱਟ ਆਖਿਆ ਜਾਂਦਾ ਹੈ। ਵੇਦ ਤੱਤ ਦਾ ਗਿਆਤਾ ਪੱਟ ਆਚਾਰੀਆ ਅਖਵਾਉਂਦਾ ਹੈ। ਪੱਟਾਂ ਦੇ ਇਲਾਕੇ ਬਾਰੇ। ਪੱਟ ਇੱਕ ਜਾਤੀ ਦਾ ਨਾਮ ਵੀ ਹੈ। ਪੰਜਾਬ ਦੇ ਪੱਟ ਜਾਤ ਦੇ ਸਾਰਸਵਤ ਬ੍ਰਾਹਮਣ ਸਨ। ਇਹ ਆਪਣੀ ਉਤਪਤੀ ਕੌਸ਼ਿਕ ਰਿਸ਼ੀ ਤੋਂ ਦੱਸਦੇ ਹਨ। ਉੱਚੀਆਂ ਜਾਤੀਆਂ ਦੇ ਬ੍ਰਾਹਮਣ ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਹਨ। ਆਖਿਆ ਜਾਂਦਾ ਹੈ ਕਿ ਇਸ ਜਾਤੀ ਦੇ ਲੋਕੀ ਇੱਕ ਖੱਤਰੀ ਆਦਮੀ ਤੇ ਬ੍ਰਾਹਮਣ ਔਰਤ ਦੇ ਸੰਯੋਗ ਤੋਂ ਪੈਦਾ ਹੋਏ ਹਨ। ਇਹ ਲੋਕ ਸਰਸਵਤੀ ਨਦੀ ਦੇ ਕੰਢੇ ਉੱਤੇ ਵਸੇ ਹੋਏ ਸਨ। ਇਹ ਨਦੀ ਪਹਿਲਾਂ ਪਹੋਏ ਜ਼ਿਲ੍ਹਾ ਕਰਨਾਲ ਕੋਲੋਂ ਦੀ ਵਗਦੀ ਸੀ। ਜਿਹੜੇ ਪੱਟ ਨਦੀ ਦੇ ਉਰਲੇ ਪਾਸੇ ਭਾਵ ਪੱਛਮ ਵੱਲ ਵਸਦੇ ਸਨ ਉਹ ਸਾਰਸਵਤ ਤੇ ਜਿਹੜੇ ਪਾਰਲੇ ਪਾਸੇ
ਭਾਵ ਸਰਸਵਤੀ ਤੋਂ ਪੂਰਬ ਵੱਲ ਉਹ ਗੌੜ ਅਖਵਾਉਣ ਲੱਗ ਪਏ। ਜਿੱਥੋਂ ਤੱਕ ਭੱਟਾਂ ਦੀ ਬੰਸਾਵਲੀ ਦਾ ਸੰਬੰਧ ਹੈ, ਗਿਆਨੀ ਗੁਰਦਿੱਤ ਸਿੰਘ ਜੀ ਅਨੁਸਾਰ ਭਾਈ ਸੰਤ ਸਿੰਘ ਜੀ ਭੱਟ, ਪਿੰਡ ਕਰਸਿੰਧੂ, ਤਹਿਸੀਲ ਜੀਂਦ, ਹਰਿਆਣਾ ਦੀ ਵਹੀ ਮੁਤਾਬਕ ਇਹ ਭੱਟ ਜਾਤੀ ਦੇ ਸਾਰਸੁਤ ਬ੍ਰਾਹਮਣ ਸਨ। ਅੱਜ ਵੀ ਸੁਲਤਾਨਪੁਰ ਲੋਧੀ ਨਹੀਂ, ਸੁਲਤਾਨਪੁਰ ਭਾਦਸੋਂ, ਪਰਗਣਾ ਲਾਡਵਾਂ, ਜ਼ਿਲ੍ਹਾ ਕਰਨਾਲ ਅਤੇ ਤਲੌਡਾ, ਪਰਗਣਾ ਜੀਂਦ ਵਿੱਚ ਸਰਸਵਤੀ ਨਦੀ ਦੇ ਕੰਢੇ ਕਈਆਂ ਪਿੰਡਾਂ ਵਿੱਚ ਇਹਨਾਂ ਦੀ ਵਸੋਂ ਹੈ। ਇਹਨਾਂ ਹੀ ਭੱਟਾਂ ਦੇ ਕੁਝ ਖਾਨਦਾਨ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਭਾਵ ਯੂਪੀ ਤੇ ਸੀਪੀ ਵਿੱਚ ਵੀ ਜਾ ਵਸੇ ਹਨ ਤੇ ਕੁਝ ਸਹਾਰਨਪੁਰ ਤੇ ਜਗਾਦਰੀ ਦੇ ਇਲਾਕੇ ਵਿੱਚ ਰਹਿੰਦੇ ਹਨ। ਸਭਨਾਂ ਭੱਟਾਂ ਦੇ ਪਾਸ ਵਹੀਆਂ ਹਨ, ਜਿਨ੍ਹਾਂ ਉੱਤੇ ਉਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ। ਭਾਈ ਵੀਰ ਸਿੰਘ ਜੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਦੇ ਹਨ ਕਿ ਭੱਟ ਅਸਲ ਵਿੱਚ ਉਹੀ ਜਾਪਦੇ ਹਨ ਜਿਨ੍ਹਾਂ ਨੂੰ ਰਾਏ ਕਹਿੰਦੇ ਹਨ, ਜਿਵੇਂ ਰਾਏ ਭੋਏ ਤੇ ਰਾਏ ਬੁਲਾਰ। ਭੱਟਾਂ ਦੇ ਸਵਈਆਂ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1385 ਤੋਂ 1409 ਤੱਕ ਸਵਈਏ ਨਾਮ ਦੀ ਬਾਣੀ ਅੰਕਿਤ ਹੈ। ਆਰੰਭ ਵਿੱਚ ਅੰਕ 1385 ਤੋਂ 1399 ਤੱਕ ਦੋ ਚਰਨਾਂ ਵਿੱਚ 20 ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵੇਂ ਦੇ ਹਨ ਅਤੇ ਅੰਕ 1399 ਤੋਂ 1409 ਤੱਕ 20 ਅੰਕਾਂ ਵਿੱਚ ਭੱਟਾਂ ਦੇ ਸਵਈਏ ਦਰਜ ਹਨ। ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਭੱਟਾਂ ਦੇ ਉਚਾਰਨ ਕੀਤੇ ਕੁੱਲ 123 ਸਵਈਏ ਹਨ। ਇਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਦੇ ਆਤਮਿਕ ਗੁਣਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਨਿਰੂਪਣ ਕੀਤਾ ਗਿਆ ਹੈ। ਇਹਨਾਂ ਸਵਈਆਂ ਦੀ ਪ੍ਰਸਿੱਧਤਾ ਦਾ ਮੂਲ ਸੋਮਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਹੈ। ਅੰਮ੍ਰਿਤ ਵੇਲੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਵਿੱਚ ਸੁਭਾਇਮਾਨ ਕਰਕੇ ਚੌਂਕੀ ਸਾਹਿਬ ਦੇ ਰੂਪ ਵਿੱਚ ਸੰਗਤਾਂ ਸ਼ਬਦ ਪੜ੍ਹਦੀਆਂ ਲਿਆਉਂਦੀਆਂ ਹਨ, ਨਰਸਿੰਘੇ ਵੱਜਦੇ ਹਨ। ਲਗਭਗ 15 ਕੁ ਮਿੰਟ ਲੱਗਦੇ ਹਨ। ਜਦੋਂ ਸਿੰਘ ਸਾਹਿਬ ਆਪਣੇ ਸੀਸ ਤੇ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਵੇਸ਼ ਕਰਾਉਂਦੇ ਹਨ, ਉਦੋਂ ਸ੍ਰੀ ਹਰਿਮੰਦਰ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੀ ਪਾਵਨ ਧੁਨੀ ਨਾਲ ਗੂੰਜ ਉੱਠਦਾ ਹੈ। ਦੋ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਤੋਂ ਉਪਰੰਤ ਗੁਰੂ ਪਾਤਸ਼ਾਹ ਦੇ ਕੁਝ ਪ੍ਰੇਮੀ ਸਿੱਖ ਵਾਰੀ-ਵਾਰੀ ਖੜੇ ਹੋ ਕੇ ਹੱਥ ਜੋੜ ਕੇ ਬੜੇ ਸਹਿਜ ਨਾਲ ਲੜੀਵਾਰ ਅਤੇ ਕੁਝ ਲੜੀ ਤੋਂ ਬਾਹਰ ਸਵਈਏ ਜਿਹੜੇ ਕਿ ਪ੍ਰੇਮੀਆਂ ਨੂੰ ਕੰਠ ਹੁੰਦੇ ਹਨ, ਬੜੇ ਪਿਆਰ ਨਾਲ ਪੜ੍ਹਦੇ ਹਨ। ਇਹਨਾਂ ਦੇ ਪੜ੍ਹਨ ਤੇ ਵੀ 15 ਕੁ ਮਿੰਟ ਦਾ ਸਮਾਂ ਲੱਗਦਾ ਹੈ। ਫਿਰ ਲੜੀਵਾਰ ਉਸਤਤ ਦੇ ਅੰਤ ਵਿੱਚ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਪਟ ਕੀਰਤ ਵਾਲਾ ਸਵਈਆ ਪੜ੍ਹ ਕੇ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਪੜ੍ਹਨ ਮਗਰੋਂ ਹੁਕਮ ਲਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਭੱਟਾਂ ਦੇ ਸਵਈਆਂ ਦਾ ਪਾਠ ਕਰਨ ਦੀ ਮਰਿਆਦਾ ਕਦੋਂ ਆਰੰਭ ਹੋਈ, ਕਿਸ ਨੇ ਆਰੰਭ ਕੀਤੀ, ਇਸ ਬਾਰੇ ਕੋਈ ਲਿਖਤੀ ਸਬੂਤ ਉਪਲਬਧ ਨਹੀਂ ਹੈ, ਪਰ ਇਹ ਮਰਿਆਦਾ ਬਹੁਤ ਪੁਰਾਤਨ ਹੈ। ਭੱਟਾਂ ਦੀ ਗਿਣਤੀ ਬਾਰੇ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਸਵਈਆਂ ਉੱਤੇ ਸਵਈਏ ਭੱਟਾਂ ਕੇ ਵਾਲਾ ਕੋਈ ਸਿਰਲੇਖ ਦਰਜ ਨਹੀਂ, ਪਰ ਕਾਵਿ ਛਾਪ ਤੋਂ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਇਹ ਰਚਨਾ ਭੱਟਾਂ ਦੀ ਹੈ। ਇਹ ਵੇਖਣ ਦੀ ਲੋੜ ਨਹੀਂ ਕਿ ਸਵਈਏ ਵਿੱਚ ਭੱਟ ਦਾ ਨਾਮ ਮਿਲਦਾ ਹੈ ਜਾਂ ਨਹੀਂ, ਕਿਉਂਕਿ ਕਈ ਸਵਈਆਂ ਵਿੱਚ ਭੱਟ ਦਾ ਨਾਮ ਨਹੀਂ ਹੈ। ਕੇਵਲ ਅੰਕ ਵੇਖੀ ਚੱਲੋ, ਸੁੱਤੇ ਸਿੱਧ ਹੀ ਆਪ ਨੂੰ
ਹਰੇਕ ਪੱਟ ਦੇ ਸਵਈਆਂ ਦੀ ਗਿਣਤੀ ਮਿਲਦੀ ਜਾਏਗੀ। ਜਿੱਥੇ ਕਵੀ ਬਦਲਦਾ ਹੈ ਜਾਂ ਸਵਈਏ ਦੀ ਚਾਲ ਭਾਵ ਛੰਦ ਬਦਲਦਾ ਹੈ, ਉੱਥੇ ਅੰਕ ਬਦਲਦਾ ਹੈ। ਪੱਟਾਂ ਦੀ ਕੁੱਲ ਗਿਣਤੀ ਬਾਰੇ ਵਿਦਵਾਨਾਂ ਵਿੱਚ ਵਿਚਾਰਾਂ ਦਾ ਵਖੇਵਾ ਹੈ। ਪੁਰਾਤਨ ਦਾਨਿਆਂ ਨੇ ਪੱਟਾਂ ਦੀ ਗਿਣਤੀ 17 ਲਿਖੀ ਹੈ। ਗੁਰਬਿਲਾਸ, ਗੁਰਪ੍ਰਤਾਪ ਸੂਰਜ ਗ੍ਰੰਥ, ਕੋਸ਼ ਪੰਡਤ ਤਾਰਾ ਚੰਦ ਨਰੋਤਮ ਤੇ ਸ੍ਰੀ ਗੁਰੂ ਗ੍ਰੰਥ ਕੋਸ਼ ਵਿੱਚ ਵੀ 17 ਹੀ ਲਿਖੇ ਹਨ। ਭਾਈ ਸੰਤੋਖ ਸਿੰਘ ਨੇ 16 ਭੱਟਾਂ ਨੂੰ 4 ਵੇਦਾਂ ਦਾ ਅਵਤਾਰ ਲਿਖਿਆ ਹੈ ਤੇ 17ਵਾਂ ਭੱਟ ਭਿੱਖਾ ਬ੍ਰਹਮਾ ਦਾ ਅਵਤਾਰ ਲਿਖਿਆ ਹੈ। ਉਹ ਲਿਖਦੇ ਹਨ, ਰਿਗ ਵੇਦ ਕੇ ਕਲ ਜਸ ਨਲ ਤ੍ਰੈ, पहला स्वाम वेद के मथुरा जापल बल हरबंस, ऋग वेद के कल जल नल त्रै कलसहार चौथे गिनअंश, जुजर वेद के तल सल उन जल पल उपजे दिवंश, अथर्वण दासर कीरत गिन ज्ञान सद गंग सो चार, कमलासन को भिखा नाम सो, इन विद ते पा अधिक उदार। ਪੱਟਾਂ ਨੂੰ ਵੇਦਾਂ ਦਾ ਅਵਤਾਰ ਦੱਸਣ ਵਾਲੀ ਗੱਲ ਨੂੰ ਅਜੋਕੇ ਵਿਦਵਾਨ ਬਿਲਕੁਲ ਨਹੀਂ ਮੰਨਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਵੀਰ ਸਿੰਘ ਜੀ ਨੇ ਪੱਟਾਂ ਦੇ ਨਾਮ 17 ਲਿਖੇ ਹਨ। ਮਥੁਰਾ, ਜਾਲਪ, ਬਲ, ਹਰਬੰਸ, ਟਲ, ਸਲ, ਜਲ, ਪਲ, ਕਲਸਹਾਰ, ਕਲ, ਜਲ, ਨਲ, ਕੀਰਤ, ਦਾਸ, ਗਿਆੰਦ, ਸਦਰੰਗ ਤੇ 17ਵਾਂ ਭਿੱਖਾ। ਸ਼ਬਦਾਰਥੀ ਵਿਦਵਾਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ, ਪ੍ਰਿੰਸੀਪਲ ਤੇਜਾ ਸਿੰਘ ਜੀ ਤੇ ਪਿਆਰਾ ਸਿੰਘ ਪਦਮ ਆਦਿ ਨੇ ਭੱਟ ਬਾਣੀ ਦੀ ਅੰਕਾਵਲੀ ਦੇ ਆਧਾਰ ਤੇ ਭੱਟਾਂ ਦੀ ਗਿਣਤੀ 11 ਮੰਨੀ ਹੈ। ਇਸ ਸੰਬੰਧ ਵਿੱਚ ਅੰਕਾਵਲੀ ਹੀ ਭਰੋਸੇਯੋਗ ਆਧਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਤੋਂ ਅਖੀਰ ਦਾ ਬਾਣੀ ਬਿਓਰਾ, ਜਿਸ ਨੂੰ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੇ ਸਾਥੀਆਂ ਸਮੇਤ 1992 ਵਿੱਚ ਪ੍ਰਕਾਸ਼ਿਤ ਕਰਵਾਇਆ, ਉਸ ਵਿੱਚ ਵੀ ਭੱਟਾਂ ਦੀ ਗਿਣਤੀ 11 ਹੀ ਪ੍ਰਵਾਨੀ ਹੈ, ਜੋ ਨਿਰਸੰਦੇਹ ਠੀਕ ਹੈ। ਭੱਟਾਂ ਦੇ ਪ੍ਰਮਾਣਿਤ ਨਾਮ ਹਨ, ਪਹਿਲਾ ਕਲਸਹਾਰ, ਦੂਜਾ ਜਾਲਪ, ਤੀਜਾ ਕੀਰਤ, ਚੌਥਾ ਭਿੱਖਾ, ਪੰਜਵਾਂ ਸਲ, ਛੇਵਾਂ ਪਲ, ਸੱਤਵਾਂ ਨਲ, ਅੱਠਵਾਂ ਗਿਆਨ, ਨੌਵਾਂ ਮਥੁਰਾ, 10ਵਾਂ ਬਲ ਤੇ 11ਵਾਂ ਹਰਬੰਸ। ਕਲਸਹਾਰ, ਕਲ ਤੇ ਟਲ ਤਿੰਨੇ ਨਾਮ ਇੱਕੋ ਹੀ ਭੱਟ ਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1396 ਤੋਂ ਸਵਈਏ ਮਹੱਲੇ ਚੌਥੇ ਦੇ ਆਰੰਭ ਹੁੰਦੇ ਹਨ। ਪਹਿਲੇ ਸਵਈਏ ਵਿੱਚ ਕਲਸਹਾਰ ਤੇ ਕਲ ਦੋਵੇਂ ਨਾਮ ਅੰਕਿਤ ਹਨ, ਜੋ ਇਹਨਾਂ ਦੇ ਇੱਕ ਹੋਣ ਦਾ ਅਕੱਟ ਸਬੂਤ ਹੈ ਅਤੇ ਅੰਕਾਵਲੀ ਦਾ ਇਹ ਮੂਲਕ ਆਧਾਰ ਹੈ। ਪੰਕਤੀਆਂ ਦੇ ਅੱਖਰ ਇਉਂ ਹਨ, ਪਹਿਲੀ ਕਲਸਹਾਰ ਤਾਸ ਗੁਣ ਜੰਪੇ, ਦੂਸਰੀ ਕਵ ਕਲ ਠਕਰ ਹਰਦਾਸ ਤਨੇ। ਇਸੇ ਤਰ੍ਹਾਂ ਟਲ ਨਾਂ ਦਾ ਕੋਈ ਪੱਟ ਨਹੀਂ, ਕਿਉਂਕਿ ਸਵਈਏ ਮਹੱਲੇ ਦੂਜੇ ਕੇ ਵਿੱਚ ਅੰਤਲੇ 3 ਸਵਈਆਂ ਦਾ ਵਿਸ਼ਾ ਅਤੇ ਕਾਲ ਸੁਮੇਲ ਹੈ, ਜਿਵੇਂ ਕਿ ਦਰਸ਼ਨ ਪਰਸਿਐ ਗੁਰੂ ਕੈ 68 ਮੰਜਨ ਹੋਏ, ਸਵਈਆ ਨੰਬਰ 8, ਦਰਸ਼ਨ ਪਰਸਿਐ ਗੁਰੂ ਕੇ ਸੱਚ ਜਨਮ ਪ੍ਰਵਾਨ, ਸਵਈਆ ਨੰਬਰ 9, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ, ਅਖੀਰਲਾ ਸਵਈਆ ਨੰਬਰ 10। ਉਪਰੋਕਤ ਸ਼ਬਦਾਵਲੀ ਦੇ ਦਰਸ਼ਨ ਤੋਂ ਇਹਨਾਂ ਤਿੰਨਾਂ ਸਵਈਆਂ ਦਾ ਭੱਟ ਕਵੀ ਕੇਵਲ ਇੱਕ ਹੀ ਕਲਸਹਾਰ ਹੈ। ਜਲ, ਜਲਨ, ਜਾਲਪ ਅਸਲੀ ਪੱਟ ਜਾਲਪ ਹੈ। ਇਸ ਦੇ ਉਪਨਾਮ ਜਲ ਤੇ ਜਲਨ ਹਨ। ਪ੍ਰਮਾਣ ਵਜੋਂ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਸ ਪੰਕਤੀ ਵਿੱਚ ਜਲ ਤੇ ਜਲਨ ਦਾ ਸਪਸ਼ਟ ਅਰਥ ਇਉਂ ਹੈ, ਬਿਆਸ ਦੇ ਪਾਣੀਆਂ ਦੇ ਕੰਢੇ ਉੱਤੇ ਗੋਬਿੰਦਪੁਰੀ ਵਰਗਾ ਗੋਇੰਦਵਾਲ ਬਣਾ ਦਿੱਤਾ।
ਸਵਈਏ ਮਹੱਲੇ ਤੀਜੇ ਦਾ ਸਵਈਆ ਨੰਬਰ 13 ਵਿੱਚ ਜਲ ਕਵੀ ਦਾ ਨਾਮ ਹੈ ਅਤੇ ਇਸ ਦੇ ਅਗਲੇ ਤੇ ਪਿਛਲੇ ਦੋ ਸਵਈਆਂ ਵਿੱਚ ਨੰਬਰ 12 ਤੇ 14 ਵਿੱਚ ਜਾਲਪ। ਜੇ ਇਹ ਦੋ ਕਵੀ ਹੁੰਦੇ ਤਾਂ ਅੰਕਾਵਲੀ ਵੱਖਰੀ ਹੋਣੀ ਸੀ। ਸੇਵਕ ਦਾਸ ਕੋਈ ਪਟ ਨਹੀਂ, ਸੇਵਕ ਦਾਸ ਕਹਿਓ ਇਹ ਤਤ, ਭਾਵ ਸੇਵਕ ਦਾਸ ਮਥੁਰਾ ਨੇ ਇਹ ਸੱਚ ਕਿਹਾ ਹੈ। ਪੱਟਾਂ ਦਾ ਗੁਰੂ ਸਾਹਿਬ ਪਾਸ ਆਉਣਾ। ਇੱਕ ਵਾਰੀ ਚੌਹਾਂ ਦਿਸ਼ਾਵਾਂ ਦੇ ਪੱਟ ਇਕੱਠੇ ਹੋ ਕੇ ਮੁਕਤੀ ਦੀ ਪ੍ਰਾਪਤੀ ਹਿਤ ਫਿਰਦੇ ਫਰਾਂਦੇ ਕਾਂਸ਼ੀ ਵਿੱਚ ਜਾ ਪਹੁੰਚੇ। ਉੱਥੇ ਕੁਝ ਪੰਡਤ ਗੁਰੂ ਸਾਹਿਬ ਦਾ ਜਸ ਕਰ ਰਹੇ ਸਨ। ਸੰਸਕ੍ਰਿਤੀ ਸ਼ਲੋਕਾਂ ਦੁਆਰਾ ਹਰੀ ਜਸ ਸੁਣ ਕੇ ਜਿਨ੍ਹਾਂ ਭੱਟਾਂ ਦੇ ਮਨ ਸ਼ਾਂਤ ਹੋ ਗਏ, ਉਹਨਾਂ ਨੂੰ ਇਹ ਨਿਸ਼ਚੈ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਪੂਰਨ ਪੁਰਖ ਅਥਵਾ ਪ੍ਰਤੱਖ ਹਰ ਹਨ। ਉਹਨਾਂ ਭੱਟਾਂ ਨੇ ਗੁਰੂ ਸਾਹਿਬ ਦੇ ਸਿੱਖ ਬਣਨ ਦਾ ਆਪਣਾ ਸੰਕਲਪ ਪ੍ਰਗਟਾਇਆ ਤੇ ਬਾਅਦ ਵਿੱਚ ਉਹ ਗੁਰੂ ਘਰ ਦੇ ਸਿੱਖ ਬਣ ਵੀ ਗਏ। ਉਹ ਸਾਰੇ ਇਕੱਠੇ ਰਲ ਕੇ ਗੁਰੂ ਅਰਜਨ ਦੇਵ ਜੀ ਪਾਸ ਗੋਇੰਦਵਾਲ ਸਾਹਿਬ ਆਏ। ਭਗਤ ਭੱਟ ਕਲਸਹਾਰ ਆਖਦਾ ਹੈ, ਵਿਮਲ ਬੁੱਧ ਸਤਿਗੁਰ ਸਵਾਣਿਓ ਅਜੋਨੀ ਸੰਭਿਓ ਸੁਜਸ ਕਲ ਕਵੀਆਂ ਬਖਾਣਿਓ। ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ, ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ। ਭਾਵ ਨਿਰਮਲ ਬੁੱਧੀ ਗੁਰੂ ਅਰਜਨ ਦੇਵ ਜੀ ਵਿੱਚ ਸਮਾਈ ਹੋਈ ਹੈ। ਆਪ ਜੂਨਾਂ ਤੋਂ ਰਹਿਤ ਤੇ ਸੁੱਤੇ ਪ੍ਰਕਾਸ਼ ਹਰੀ ਦਾ ਰੂਪ ਹੋ। ਕੱਲ ਆਦਿਕ ਕਵੀਆਂ ਨੇ ਆਪ ਦਾ ਸੁੰਦਰ ਜਸ ਉਚਾਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਨੂੰ ਵਰ ਬਖਸ਼ਿਆ। ਗੁਰੂ ਅੰਗਦ ਦੇਵ ਜੀ ਨੇ ਸਭ ਪਦਾਰਥਾਂ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਨੂੰ ਦਿੱਤਾ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਵਰ ਦਿੱਤਾ ਅਤੇ ਉਹਨਾਂ ਦੇ ਚਰਨਾਂ ਨੂੰ ਛੋਹਣਾ ਪਾਰਸ ਦੀ ਛੋਹ ਵਰਗਾ ਹੋ ਗਿਆ ਹੈ। ਭੱਟ ਕਲਸਹਾਰ ਨੇ ਪੰਜਾਂ ਹੀ ਗੁਰੂ ਮਹਿਲਾਂ ਦੀ ਉਸਤਤ ਕੀਤੀ ਹੈ ਅਤੇ ਸਾਰੇ ਭੱਟਾਂ ਵਿੱਚੋਂ ਸਭ ਤੋਂ ਵਧੇਕ 54 ਸਵਈਏ ਇਸੇ ਹੀ ਭੱਟ ਦੇ ਹਨ। ਹਰੇਕ ਮਹੱਲੇ ਦੇ ਸਵਈਆਂ ਵਿੱਚ ਸਭ ਤੋਂ ਪਹਿਲੇ ਇਸੇ ਭੱਟ ਦੀ ਬਾਣੀ ਹੈ। ਭੱਟ ਹਰਬੰਸ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ 2 ਸਵਈਏ ਲਿਖੇ ਹਨ। ਉਹਨਾਂ ਵਿੱਚੋਂ ਗੁਰੂ ਰਾਮਦਾਸ ਜੀ ਦਾ ਇਉਂ ਜ਼ਿਕਰ ਕਰਦਾ ਹੈ, ਜਿੱਥੋਂ ਇਹ ਸਾਫ਼ ਸਿੱਧ ਹੋ ਜਾਂਦਾ ਹੈ ਕਿ ਜਦੋਂ ਭੱਟ ਗੁਰੂ ਦਰ ਤੇ ਹਾਜ਼ਰ ਹੋਏ ਸਨ, ਤਦੋਂ ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਇਆ ਅਜੇ ਥੋੜੇ ਹੀ ਦਿਨ ਹੋਏ ਸਨ। ਭੱਟ ਹਰਬੰਸ ਜੀ ਲਿਖਦੇ ਹਨ, ਬਿਲ ਨਾਨਕ ਅੰਗਦ ਅਮਰ ਗੁਰ, ਗੁਰੂ ਰਾਮਦਾਸ ਹਰ ਪੈ ਗਇਓ, ਹਰਬੰਸ ਜਗਤ ਕੋ ਸੰਚਰਿਓ, ਸੋ ਕੌਣ ਕਹੈ ਸ੍ਰੀ ਗੁਰ ਮੋਇਓ। ਦੇਵਪੁਰੀ में गयो आप परमेश्वर पायो, हर सिंहासन दियो, श्री गुरु तै बिठायो। रहस कियो सुरदेव, तोय जस जय जय जंपे, असर गए ते पाक, पाप तिन पीतर कंपे। काटे सो पाप ते नरो के, गुरु रामदास जिन पायो, 76 सिंहासन पिरथ में, गुरु अर्जन को दे आयो। ਭੱਟਾਂ ਨੇ ਆਪਣੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਉਚਾਰੀ ਸੀ। ਤਦੋਂ ਗੋਇੰਦਵਾਲ ਸਤਿਗੁਰ ਜੀ ਸਾਹਿਬ ਸਨ। ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਚੁੱਕੇ ਸਨ ਤੇ ਉਹਨਾਂ ਤੋਂ ਪਿੱਛੋਂ ਗੁਰੂ ਅਰਜਨ ਦੇਵ ਜੀ ਨੂੰ ਗੁਰ ਸਿੰਘਾਸਨ ਤੇ ਬੈਠਿਆਂ ਥੋੜਾ ਹੀ ਸਮਾਂ ਹੋਇਆ ਸੀ। ਗੁਰੂ ਜੀ ਦਾ ਦੀਦਾਰ ਕਰਕੇ ਜੋ ਆਤਮਿਕ ਆਨੰਦ ਭੱਟਾਂ ਨੂੰ ਮਿਲਿਆ ਸੀ, ਉਸ ਦਾ ਜ਼ਿਕਰ ਉਹਨਾਂ ਭੱਟਾਂ ਵਿੱਚੋਂ ਇੱਕ ਸਾਥੀ ਭੱਟ ਨਲ ਆਪਣੇ ਸਵਈਆਂ ਵਿੱਚ ਕਰਦਾ ਹੈ ਤੇ ਆਖਦਾ ਹੈ, ਨਾਮ ਅੰਮ੍ਰਿਤ ਪੀਣ ਦੀ ਮੇਰੇ ਅੰਦਰ ਚਿਰਾਂ ਦੀ ਤਾਂਘ ਸੀ। ਜਦੋਂ ਮੈਂ ਗੁਰੂ ਜੀ ਦਾ ਦਰਸ਼ਨ ਕੀਤਾ, ਮੇਰੀ ਉਹ ਤਾਂਘ ਪੂਰੀ ਹੋ ਗਈ। ਮੇਰਾ ਮਨ ਜੋ ਪਹਿਲਾਂ ਦਸੀਂ ਪਾਸੀਂ ਭਟਕਦਾ ਫਿਰਦਾ ਸੀ, ਦਰਸ਼ਨ ਕਰਕੇ ਟਿਕਾਣੇ ਆ ਗਿਆ ਤੇ ਕਈ ਵਰਿਆਂ ਦਾ ਦੁੱਖ ਮੇਰੇ ਅੰਦਰੋਂ ਦੂਰ ਹੋ ਗਿਆ। ਉਸੇ ਹੀ ਭੱਟ ਨਾਲ ਲਿਖਦਾ ਹੈ ਕਿ ਇਹ ਦਰਸ਼ਨ ਗੋਇੰਦਵਾਲ ਵਿੱਚ ਹੋਇਆ, ਜੋ ਮੈਨੂੰ
ਪ੍ਰਤੱਖ ਤੌਰ ਤੇ ਬੈਕੁੰਠ ਨਗਰ ਦਿਸ ਰਿਹਾ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ तीर विपास बनायो गयो दुख दूर बरखन को सो गुरमुख देख गुरु सुख पायो। गुरु तो भाव बहुत भाव है जिस सतगुरु अमरदास जी ने बैकुंठ वर्गा गोइंदवाल ਬਿਆਸਾ ਦੇ ਪਾਣੀਆਂ ਦੇ ਕੰਢੇ ਉੱਤੇ ਬਣਾ ਦਿੱਤਾ ਹੈ, ਉਸ ਗੁਰੂ ਦਾ ਮੁਖ ਵੇਖ ਕੇ ਬਹੁਤ ਸੁਖ ਪਾਇਆ ਹੈ। ਮਾਨੋ ਵਰਿਆਂ ਦਾ ਦੁੱਖ ਦੂਰ ਹੋ ਗਿਆ ਹੈ। ਗੁਰੂ ਉਪਮਾ ਵਿੱਚ ਭੱਟਾਂ ਦੇ ਇਹ ਸਵਈਏ ਉਚਾਰੇ ਜਿਨ੍ਹਾਂ ਨੂੰ ਸਮੇਂ ਸਿਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਮੁਖਵਾਕ ਸਵਈਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਦਿੱਤਾ। ਭੱਟ ਬਾਣੀ ਦਾ ਵਿਸ਼ਾ ਵਸਤੂ ਭੱਟਾਂ ਦੇ ਰਚੇ ਸਵਈਆਂ ਦਾ ਸਮੁੱਚਾ ਵਿਸ਼ਾ ਵਸਤੂ ਵੀ ਉਹੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਕੀ ਗੁਰਬਾਣੀ ਦਾ ਹੈ। ਇਹਨਾਂ ਸਵਈਆਂ ਵਿੱਚ ਅਕਾਲ ਪੁਰਖ ਦੀ, ਗੁਰੂ ਜੋਤ ਦੀ, ਨਾਮ ਦੀ ਅਤੇ ਪੂਰਨ ਤੌਰ ਤੇ ਸਮਰਥ ਹੋ ਕੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਉਸਤਤ ਕੀਤੀ ਮਿਲਦੀ ਹੈ। ਪਰ ਪ੍ਰਧਾਨ ਵਿਸ਼ਾ ਗੁਰੂ ਜੋਤ ਦੀ ਮਹਿਮਾ ਦਾ ਹੀ ਹੈ। ਭੱਟ ਬਾਣੀ ਵਿਚਲੇ ਦੋ ਉੱਭਰਵੇਂ ਵਿਸ਼ੇ ਵਿਸ਼ੇਸ਼ ਤੌਰ ਤੇ ਵਿਚਾਰਯੋਗ ਹਨ। ਪਹਿਲਾ, ਪਾਰ ਬ੍ਰਹਮ ਅਤੇ ਗੁਰੂ ਜੋਤ ਦੀ ਆਤਮ ਅਭੇਦਤਾ। ਦੂਸਰਾ, ਸਮਕਾਲੀ ਅਤੇ ਪੂਰਵਕਾਲੀ ਭਗਤਾਂ, ਰਿਸ਼ੀਆਂ ਮੁਨੀਆਂ, ਸਿੱਧ ਸਾਧਕਾਂ, ਤਪੀ ਤਪੀਸ਼ਰਾਂ, ਦੇਵੀ ਦੇਵਤਿਆਂ ਦਾ ਗੁਰੂ ਦਰੋਂ ਵਰਸੋਏ ਜਾਣਾ। ਪਹਿਲਾ, ਪਾਰ ਬ੍ਰਹਮ ਅਤੇ ਗੁਰੂ ਜੋਤ ਦੀ ਅੰਤਰ ਆਤਮੇ ਅਭੇਦਤਾ ਵੱਲ ਸੰਕੇਤ ਕਰਦੇ ਹੋਏ ਮਥਰਾ ਭੱਟ ਜੀ ਆਪਣੇ ਰਚਿਤ ਸਵਈਏ ਵਿੱਚ ਇਸ ਰਹੱਸ ਨੂੰ ਪ੍ਰਗਟ ਕਰਦੇ ਹਨ। ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਪਾਰ, ਅਨ ਮਥਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਇਸੇ ਤਰ੍ਹਾਂ ਗਿਆਨ ਭੱਟ ਜੀ ਦੇ ਪਾਵਨ ਬਚਨ ਹਨ। ਨਾਮ ਸਾਰ ਕੀਏ ਧਾਰ, ਤਜ ਵਿਕਾਰ ਮਨ ਗਿਆਨ, ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਪਾਰ ਬ੍ਰਹਮ ਅਤੇ ਗੁਰੂ ਜੋਤ ਦੀ ਆਤਮਕ ਅਭੇਦਤਾ ਕੇਵਲ ਭੱਟ ਬਾਣੀ ਦਾ ਹੀ ਵਿਸ਼ਾ ਨਹੀਂ, ਸਗੋਂ ਇਹੀ ਵਿਸ਼ਾ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਦਾ ਵੀ ਹੈ। ਸਵਈਏ ਸ੍ਰੀ ਮੁਖਵਾਕ ਮਹੱਲਾ 5 ਸਿਰਲੇਖ ਹੇਠ ਅੰਕਿਤ ਆਰੰਭਕ 9 ਸਵਈਆਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਉਸਤਤ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵੀ ਕੀਤੀ ਹੈ ਅਤੇ ਇਹਨਾਂ ਸਵਈਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਰ ਆਤਮੇ ਪਾਰ ਬ੍ਰਹਮ ਨਾਲ ਅਭੇਦਤਾ ਦੇ ਪੇਸ਼ ਨਜ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਭੂ ਦਰ ਤੇ ਪ੍ਰਵਾਨ ਹੋਇਆ ਅਤੇ ਪਾਰ ਬ੍ਰਹਮ ਦਾ ਸਰੂਪ ਹੋ ਨਿਬੜਿਆ ਭਗਤ ਸਤਿਗੁਰ ਕਰਕੇ ਵਰਣਾਇਆ ਹੈ। ਸ੍ਰੀ ਮੁਖਵਾਕ ਸਵਈਆਂ ਵਿੱਚ ਹੇਠ ਲਿਖੀਆਂ ਤੁਕਾਂ ਪਾਰ ਬ੍ਰਹਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਸਪਰ ਆਤਮ ਅਭੇਦਤਾ ਦੇ ਆਧਾਰ ਤੇ ਪ੍ਰਾਣੀ ਮਾਤਰ ਨੂੰ ਗੁਰੂ ਦੀ ਪਾਰਸਿਸ਼ੋ ਸਦਕਾ ਹੋਣ ਵਾਲੀਆਂ ਆਤਮ ਪ੍ਰਾਪਤੀਆਂ ਦਾ ਵਰਣਨ ਕਰਕੇ ਗੁਰ ਚਰਨੀ ਲੱਗਣ ਲਈ ਉਤਸ਼ਾਹਿਤ ਕਰਦੀਆਂ ਹਨ। ਜਨ ਨਾਨਕ ਭਗਤ ਦਾ ਤੁਲ ਬ੍ਰਹਮ ਸੰਸਾਰ, ਏਕ ਜੀ ਕਿਆ ਬਖਾਨੇ, ਹਾਂ ਕਿ ਬਲ 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 ਸਦ ਬਲਹਾਰ। ਪਹਿਲੇ 4 ਸਵਈਆਂ ਵਿੱਚ ਆਖਰੀ 2 ਤੁਕਾਂ ਹਨ। ਭਾਵ ਹਰੀ ਦਾ ਭਗਤ ਸੇਵਕ ਗੁਰੂ ਨਾਨਕ ਹਰੀ ਦੇ ਦਰ ਤੇ ਪ੍ਰਵਾਨ ਹੋਇਆ ਹੈ ਤੇ ਹਰੀ ਵਰਗਾ ਹੈ। ਮੇਰੀ ਇੱਕ ਜੀਭ ਉਸ ਗੁਰੂ ਨਾਨਕ ਦੇ ਕੀ ਗੁਣ ਕਥਨ ਕਰ ਸਕਦੀ ਹੈ। ਮੈਂ ਗੁਰੂ ਨਾਨਕ ਤੋਂ ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਥੇ ਰਹਿਓ। ਹਰ ਗੁਰੂ ਨਾਨਕ ਜਿਨ ਪਰਸਿਓ, ਤਿਨ ਸਭ ਕੁਲ ਕਿਓ ਉਦਾਰ। ਭਲਿਓ ਚਰਾਗ ਅੰਧਾਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਸਮਗਰ ਗੁਰਬਾਣੀ ਵਿੱਚ ਹੀ ਪਰਮੇਸ਼ਰ
ਪਰਮੇਸ਼ਰ ਅਤੇ ਗੁਰੂ ਜੋਤ ਦੀ ਆਤਮ ਅਭੇਦਤਾ ਅਤੇ ਇੱਕ ਰੂਪ ਦਾ ਰਹੱਸ ਨਿਰੂਪਣ ਕੀਤਾ ਮਿਲਦਾ ਹੈ। ਸ੍ਰੀ ਗੁਰੂ ਨਾਨਕ ਹਰ ਸੋਏ ਗੋਂਡ ਮਹੱਲਾ ਪੰਜਵਾਂ ਅੰਗ 865। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਭੈਰੋ ਮਹੱਲਾ ਪੰਜਵਾਂ ਅੰਗ 1142। ਗੁਰੂ ਅਤੇ ਪਰਮੇਸ਼ਰ ਦੀ ਆਤਮ ਅਭੇਦਤਾ ਦਾ ਰਹੱਸ। ਵਿਆਪਕ ਬ੍ਰਹਮ ਦੇ ਅਨੇਕਾਂ ਗੁਣਾਂ ਵਿੱਚੋਂ ਉਸ ਦਾ ਪ੍ਰਮੁੱਖ ਅਤੇ ਪ੍ਰਧਾਨ ਗੁਣ ਗੁਰੂ ਗੁਣ ਹੈ। ਮੂਲ ਰੂਪ ਵਿੱਚ ਵਿਆਪਕ ਬ੍ਰਹਮ ਖੁਦ ਹੀ ਗੁਰੂ ਹੈ। ਵਿਆਪਕ ਬ੍ਰਹਮ ਜੋਤੀ ਸਰੂਪ ਹੈ। ਉਸ ਦੀ ਜੋਤ ਚੇਤਨਾ ਸਭ ਜੀਵ ਜੰਤੂਆਂ ਵਿੱਚ ਇੱਕ ਰਸ ਵਿਆਪਕ ਹੈ। ਗੁਰੂ ਹੋਣ ਦੇ ਨਾਤੇ ਉਹ ਪੂਰਨ ਸਮਰਪਿਤ ਹੋ ਕੇ ਸ਼ਰਧਾ ਭਾਵਨੀ ਸਹਿਤ ਸਾਧਨ ਕਰਨ ਵਾਲੇ ਜਗਿਆਸੂਆਂ ਅੰਦਰ ਆਪਣੀ ਕਲਾ ਵਰਤਾ ਕੇ ਜੋਤ ਸਰੂਪ ਵਾਲੀ ਅਵਸਥਾ ਦੀ ਬਖਸ਼ਿਸ਼ ਕਰਦਾ ਹੈ। ਪਰ ਹਰ ਹੀ ਸਾਰੀ ਦਾ ਬ੍ਰਹਮ ਨਾਲ ਸਿੱਧਾ ਆਤਮ ਜੋੜ ਸੰਭਵ ਨਹੀਂ। ਇਸੇ ਲਈ ਵਿਆਪਕ ਬ੍ਰਹਮ ਦੀ ਆਪਣੀ ਰਜਾ ਤੇ ਵਿਧੀ ਵਿਉਂਤ ਅਨੁਸਾਰ ਉਸ ਵੱਲੋਂ ਜੀਵਾਂ ਦੇ ਤਤ ਉਧਾਰ ਲਈ ਸੰਸਾਰ ਉੱਤੇ ਗੁਰੂ ਜੋਤ ਦੀ ਸੰਸਥਾ ਨਾਮ ਦੀ ਦਾਤ ਵਰਤਾਉਣ ਲਈ ਸਥਾਪਿਤ ਕੀਤੀ ਹੋਈ ਹੈ। ਤੁਰ ਖਸਮੇ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਬਿਹਾਗੜਾ ਵਾਰ ਮਹੱਲਾ ਚੌਥਾ ਅੰਗ 556। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਏ ਜੇ ਸੋ ਲੋਚੈ ਕੋਈ। ਸ਼ਲੋਕ 12 ਤੇ ਵਧੀਕ ਮਹੱਲਾ ਤੀਜਾ ਅੰਗ 1416। ਪਟ ਬਾਣੀ ਵਿੱਚ ਦੂਸਰਾ ਵਿਸ਼ਾ ਹੈ ਸਮਕਾਲੀ ਅਤੇ ਪੂਰਵਕਾਲੀ ਭਗਤਾਂ ਰਿਸ਼ੀਆਂ ਮੁਨੀਆਂ ਆਦਿ ਦਾ ਗੁਰੂ ਦਰੋਂ ਵਰਸੋਏ ਜਾਣਾ। ਸ੍ਰੀ ਕੱਲ ਭੱਟ ਜੀ ਵੱਲੋਂ ਸਵਈਏ ਮਹੱਲੇ ਪਹਿਲੇ ਦੇ ਸਿਰਲੇਖ ਹੇਠ 10 ਸਵਈਆਂ ਵਿੱਚ ਦਰਸਾਇਆ ਗਿਆ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਗਲ ਸ੍ਰਿਸ਼ਟੀ ਦੇ ਉਦਾਹਰਨਹਾਰੇ ਹਨ। ਕਲਯੁਗ ਵਿਚਲੇ ਭਗਤ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰਸਾਏ ਹੋਏ ਸਤਿਗੁਰ ਜੀ ਦਾ ਜਸ ਨਿਰੰਤਰ ਗਾਉਂਦੇ ਹਨ। ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਰਲੋਚਨ। ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ। ਇਸੇ ਤਰ੍ਹਾਂ ਪੂਰਬਲੇ ਯੁਗਾਂ ਵਿਚਲੇ ਮਾਤਲੋਕ ਪਤਾਲ ਲੋਕ ਅਤੇ ਦੇਵਲੋਕ ਦੇ ਇੰਦਰਾਦ ਪ੍ਰਹਲਾਦ ਜਨਕਾਦ ਸਨਕਾਦ ਕਪਲਾਦ ਆਦਿਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਗੁਰੂ ਜੀ ਦੇ ਗੁਣ ਗਾਉਂਦੇ ਹਨ। ਗਾਵੇ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਮਾਣਿਓ ਤੋਂ ਭਾਵ ਗ੍ਰਿਸ਼ਟੀ ਵੀ ਹੈ ਤੇ ਮਾਇਆ ਤੋਂ ਉਪਰੰਤ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਵੀ ਹੈ। ਗਾਵੇ ਜਨਕਾਦ ਜੁਗਤ ਜੁਗੇਸਰ ਹਰਸ ਪੂਰਨ ਸਰਬ ਕਲਾ। ਗਾਵੇ ਸਨਕਾਦ ਸਾਧ ਸਿਧਾਦਕ ਮੁੰਜਨ ਗਾਵੇ ਅਸ਼ਲ ਸ਼ਲਾ। ਬਲ ਭੱਟ ਜੀ ਦਰਸਾਉਂਦੇ ਹਨ ਨਾਰਦ ਧਰੂ ਪ੍ਰਹਲਾਦ ਸੁਦਾਮਾ ਉਪ ਭਗਤ ਹਰ ਕੇ ਜੋ ਗਣਨ। ਅਮਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਗੰਭੀਰ ਪੜਨ। ਤਿਨ ਕੋ ਅਵਤਾਰ ਪਇਓ ਕਲਪਿੰਤਰ ਜਸ ਜਗਤਰ ਪਰਛਾਇਓ। ਸ੍ਰੀ ਗੁਰੂ ਰਾਮ ਦਾਸ ਜਯੋ ਜੈ ਜਗ में ਤੈ ਹਰ ਪਰਮ ਪਦ ਪਾਇਓ। ਨਾਰਦ ਧਰੂ ਪ੍ਰਹਲਾਦ ਸੁਦਾਮਾ ਤੇ ਅਮਰੀਕ ਜੋ ਹਰੀ ਦੇ ਪੂਰਬਲੇ ਯੁਗਾਂ ਦੇ ਭਗਤ ਗਿਣੇ ਜਾਂਦੇ ਹਨ। ਜੈਦੇਵ ਤਰਲੋਚਨ ਨਾਮਦੇਵ ਤੇ ਕਬੀਰ ਜਿਨ੍ਹਾਂ ਦਾ ਜਨਮ ਕਲਯੁਗ ਵਿੱਚ ਹੋਇਆ ਹੈ। ਇਹਨਾਂ ਸਾਰਿਆਂ ਦਾ ਜਸ ਜਗਤ ਉੱਤੇ ਹਰੀ ਦੇ ਭਗਤ ਹੋਣ ਦੇ ਕਾਰਨ ਹੋਇਆ ਹੈ। हे ਗੁਰੂ ਰਾਮਦਾਸ ਜੀ ਆਪ ਜੀ ਵੀ ਜੈ ਜੈਕਾਰ ਜਗਤ ਵਿੱਚ ਹੋ ਰਹੀ ਹੈ ਕਿਉਂਕਿ ਆਪ ਨੇ ਹਰੀ ਦੇ ਮਿਲਾਪ ਦੀ ਪਰਮ ਪਦਵੀ ਪਾਈ ਹੈ। ਸਵਈਏ ਮਹੱਲੇ ਪਹਿਲੇ ਕੇ ਭੱਟ ਕਲਸਹਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ 10 ਸਵਈਏ ਉਚਾਰੇ ਹਨ।
ਪਹਿਲੇ ਸਵਈਏ ਵਿੱਚ ਮੰਗਲਾਚਰਨ ਵੱਲੋਂ ਅਕਾਲ ਦੀ ਉਸਤਤ ਕੀਤੀ ਹੈ। ਸਵਈਆਂ ਵਿੱਚ ਨਾਵਾਂ ਤੇ ਥਾਵਾਂ ਦੀ ਸੰਕੇਤਕ ਸ਼ਬਦਾਵਲੀ ਆਈ ਹੈ, ਜਿਨ੍ਹਾਂ ਦੀ ਗਿਣਤੀ ਸਰਦਾਰ ਜੋਗਿੰਦਰ ਸਿੰਘ ਤਲਵਾੜਾ ਨੇ 82 ਲਿਖੀ ਹੈ। ਉਹਨਾਂ ਦੀ ਸਭ ਤੋਂ ਵੱਧ ਵਰਤੋਂ ਸਵਈਏ ਮਹੱਲੇ ਪਹਿਲੇ ਵਿੱਚ ਭੱਟ ਕਲਸਹਾਰ ਜੀ ਨੇ ਕੀਤੀ ਹੈ, ਜਿਵੇਂ ਇੰਦਰਾਦ, ਪ੍ਰਹਿਲਾਦਕ, ਜਨਕਾਦ, ਸਨਕਾਦ, ਸਿਧਾਰਥਕ, ਧੋਮ, ਕਪਲਾਦ, ਉਦੋ, ਬਿਦਰ, ਬ੍ਰਹਮ ਆਦਿਕ। ਉਦਾਹਰਨ ਲਈ ਸਵਈਏ ਮਹੱਲੇ ਪਹਿਲੇ ਦਾ ਆਖਰੀ ਸਵਈਆ ਹੈ, ਗੁਣ ਗਾਵੇ ਨਵਨਾਥ, ਧਨ ਗੁਰ ਸਾਚ ਸਮਾਇਓ, ਮਨ ਦਾਤਾ ਗੁਣ ਰਵੈ, ਜੀਨ ਚਕਰਵੇ ਕਹਾਇਓ। ਗੁਣ ਗਾਵੇ ਬਲਿਰਾਓ, ਸਪਤ ਪਤਾਲ ਬਸੰਤੋ, ਪਰਥਰ ਗੁਣ ਉਚਰੇ, ਸਦਾ ਗੁਰ ਸੰਗ ਰਹੰਤੋ। ਦੂਰਬਾ ਪਰੂ ਰੋ ਅੰਗਰੈ, ਗੁਰੂ ਨਾਨਕ ਜਸ ਗਾਇਓ, ਕਬ ਕਲ ਜਸ ਨਾਨਕ ਗੁਰ, ਕਟ ਕਟ ਸਹਿਜ ਸਮਾਇਓ। ਭਾਵ ਨੌ ਨਾਥ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ ਹਨ। ਜਿਸ ਮਦੰਤਾ ਨੇ ਆਪਣੇ ਆਪ ਨੂੰ ਚੱਕਰਵਰਤੀ ਰਾਜਾ ਖਵਾਇਆ ਹੈ, ਉਹ ਵੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ। ਸੱਤਵੇਂ ਪਤਾਲ ਵਿੱਚ ਵਸਦਾ ਹੋਇਆ ਰਾਜਾ ਬਲ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਤਰੀ ਵੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ। ਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਦ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਵਿਆ ਹੈ। ਏਕ ਕਲ ਕਵੀ, ਗੁਰੂ ਨਾਨਕ ਦੀ ਸੋਹਣੀ ਸੋਭਾ ਸੁੱਤੇ ਸਿੱਧ ਹੀ ਹਰੇਕ ਪ੍ਰਾਣੀ ਮਾਤਰ ਦੇ ਹਿਰਦੇ ਵਿੱਚ ਟਿਕੀ ਹੋਈ ਹੈ। ਸਵਈਏ ਮਹੱਲੇ ਦੂਜੇ ਕੇ। ਗੁਰੂ ਅੰਗਦ ਦੇਵ ਜੀ ਦੀ ਉਸਤਤ ਵਿੱਚ 10 ਸਵਈਏ ਵੀ ਭੱਟ ਕਲਸਹਾਰ ਦੀ ਰਚਨਾ ਹਨ, ਜਿਸ ਦੇ ਦੂਜੇ ਨਾਮ ਕਲ ਤੇ ਟਲ ਹਨ। ਗੁਰੂ ਘਰ ਵਿੱਚ ਹੁਕਮ ਲੈਣ ਤੋਂ ਪਹਿਲਾਂ ਆਮ ਤੌਰ ਤੇ ਇਹ ਸਵਈਆ ਪੜ੍ਹਿਆ ਜਾਂਦਾ ਹੈ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਅੰਗ 1392। ਭਾਵ ਇਹ ਕਲਸਹਾਰ ਆਖ, ਐਸੇ ਗੁਰੂ ਅੰਗਦ ਦੇਵ ਜੀ ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿੱਚ ਟਿਕ ਕੇ ਸੇਵਨਾ ਚਾਹੀਦਾ ਹੈ। ਐਸੇ ਸਤਿਗੁਰ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਭੱਟ ਕਲ ਜੀ ਉਚਾਰਦੇ ਹਨ, ਲੋਭ ਮੋਹ ਵਸ ਕਰਨ, ਸਰਣ ਜਾਚਕ ਪ੍ਰਤਿਪਾਲਨ, ਆਤਮ ਰਸ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ। ਭਾਵ ਹੈ ਗੁਰੂ ਅੰਗਦ, ਤੂੰ ਲੋਭ ਤੇ ਮੋਹ ਨੂੰ ਕਾਬੂ ਕੀਤਾ ਹੋਇਆ ਹੈ। ਸ਼ਰਨ ਆਏ ਮੰਗਤਿਆਂ ਨੂੰ ਤੂੰ ਪਾਲਣ ਵਾਲਾ ਹੈ। ਤੂੰ ਆਤਮਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ। ਤੇਰੇ ਬਚਨ ਅੰਮ੍ਰਿਤ ਦੇ ਸੁੰਦਰ ਚਸ਼ਮੇ ਹਨ। ਸਵਈਏ ਮਹੱਲੇ ਦੂਜੇ ਵਿੱਚ ਦੀ ਸ਼ਬਦਾਵਲੀ ਬੜੀ ਹੀ ਸਰਲ ਵਰਤੀ ਗਈ ਹੈ। ਸਵਈਏ ਮਹੱਲੇ ਤੀਜੇ ਕੇ। ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਪਹਿਲੇ 9 ਸਵਈਏ ਭੱਟ ਕਲਸਹਾਰ ਦੇ ਹਨ। ਇਹਨਾਂ ਸਵਈਆਂ ਵਿੱਚ ਵੀ ਸੰਕੇਤਕ ਸ਼ਬਦਾਵਲੀ ਜਖ, ਕਿਨਰ, ਨਾਰਦਾਦ, ਪ੍ਰਹਿਲਾਦ ਆਦਿਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਭੱਟ ਜੀ ਕਹਿੰਦੇ ਹਨ, ਸਿਮਰੈ ਸੋਈ ਭਾਵ ਜਖ ਅਰ ਕਿਨਰ, ਸਾਧਕ ਸਿੱਧ ਸਮਾਧ ਹਰਾ, ਸਿਮਰੈ ਨਖੱਤਰ ਅਵਰ ਧਰੂ ਮੰਡਲ, ਨਾਰਦਾਦ ਪ੍ਰਹਿਲਾਦ ਵਰਾ। ਭਾਵ ਉਸੇ ਨਾਮ ਨੂੰ ਜਖ, ਕਿੰਨਰ, ਸਾਧਕ, ਸਿੱਧ ਅਤੇ ਸ਼ਿਵ ਜੀ ਸਮਾਧੀ ਲਾ ਕੇ ਸਿਮਰ ਰਹੇ ਹਨ। ਉਸੇ ਨਾਮ ਨੂੰ ਅਨੇਕਾਂ ਨਛੱਤਰ, ਧਰੂ ਭਗਤ ਦੇ ਮੰਡਲ, ਨਾਰਦ ਆਦਿ ਤੇ ਪ੍ਰਹਿਲਾਦ ਆਦਿਕ ਸ੍ਰੇਸ਼ਟ ਭਗਤ ਜਪ ਰਹੇ ਹਨ। 5 ਸਵਈਏ ਭੱਟ ਜਾਲਪਦੇ ਹਨ। ਭੱਟ ਜੀ ਆਖਦੇ ਹਨ, ਸਕਯਤ ਸੋ ਸਿਰ ਜਾਪਲ ਪਣੇ, ਜੋ ਸਿਰ ਨਿਵੇ ਗੁਰ ਅਮਰ ਦੇਤ। ਭਾਵ ਜਾਪਲ ਕਵੀ ਆਖਦਾ ਹੈ, ਉਹੀ ਸਿਰ ਸਫਲ ਹੈ ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਉਂਦਾ ਹੈ। 4 ਸਵਈਏ ਭੱਟ ਕੀਰਤ ਜੀ ਦੇ ਉਚਾਰੇ ਹੋਏ ਹਨ। ਆਪ ਜੀ ਦਾ ਨਾਮ ਕੇਵਲ ਪਹਿਲੇ ਸਵਈਏ ਵਿੱਚ ਹੈ।
बोचो विदाते निर्मयो सब संगत कुल उदरण गुरु अमरदास ਕੀਰਤ ਕਹੇ ਤਰਾ ਤਰਾ ਤੋਂ ਪਾਸਰਨ। ਭਾਵ ਹੈ ਸਾਰੀ ਸੰਗਤ ਤੇ ਸਾਰੀਆਂ ਕੁੱਲਾਂ ਨੂੰ ਤਾਰਨ ਲਈ ਕਰਤਾਰ ਨੇ ਗੁਰੂ ਅਮਰਦਾਸ ਜੀ ਨੂੰ ਇੱਕ ਜਹਾਜ਼ ਬਣਾਇਆ ਹੈ। ਕੀਰਤ ਭੱਟ ਆਖਦਾ ਹੈ, ਹੇ ਗੁਰੂ ਅਮਰਦਾਸ ਜੀ, ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੀ ਸ਼ਰਨ ਆਇਆ ਹਾਂ। ਭੱਟ ਭਿੱਖਾ ਜੀ ਦੇ ਦੋ ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਉਚਾਰੇ ਹਨ। ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, कहते कहती सुनी रैत को खुशी न आयो। हर नाम छोड़ दूजे लगे तिनके गुण हो क्या कहो, गुर दे मिलाए भिख्या जिव तू रखे तिव रहो। ਭਾਵ ਮੈਂ 1 ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕਰਾਈ, ਸਾਰੇ ਮੂੰਹੋਂ ਆਖਦੇ ਹੀ ਸੁਣੇ ਹਨ, ਪਰ ਕਿਸੇ ਦੀ ਰਹਿਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ। ਉਹਨਾਂ ਲੋਕਾਂ ਬਾਰੇ ਮੈਂ ਕੀ ਆਖਾਂ ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਮਾਇਆ ਵਿੱਚ ਲੱਗੇ ਹੋਏ ਹਨ। हे ਸਤਿਗੁਰ ਅਮਰਦਾਸ ਜੀ, ਪਿਆਰੇ ਹਰੀ ਨੇ ਮੈਨੂੰ ਭਿੱਖੇ ਨੂੰ ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ। ਇੱਕ ਸਵਈਆ ਪੱਟ ਸੱਲ ਦਾ ਹੈ। ਪੱਟ ਜੀ ਉਚਾਰਦੇ ਹਨ, ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰੂ ਅਮਰਦਾਸ ਸੱਚ ਭਲ ਮਨ ਤੈਂ ਦਲ ਜਿਤਿਓ ਇਵ ਜੁਧ ਕਰ। ਭਾਵ ਤੇਜਪਾਨ ਜੀ ਦੇ ਪੁੱਤਰ, ਹੇ ਗੁਰੂ ਅਮਰਦਾਸ ਜੀ, ਤੂੰ ਭੱਲਿਆਂ ਦੀ ਕੁਲ ਵਿੱਚ ਸ਼੍ਰੋਮਣੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈ। हे ਸਲ ਕਵੀ ਇਉਂ ਆਖ, हे ਗੁਰੂ ਅਮਰਦਾਸ, ਤੂੰ ਇਸ ਤਰ੍ਹਾਂ ਯੁੱਧ ਕਰਕੇ ਇਹ ਵਿਕਾਰਾਂ ਦਾ ਦਲ ਜਿੱਤ ਲਿਆ ਹੈ। ਕੇਵਲ ਇੱਕ ਸਵਈਆ ਪੱਟ ਪਲ ਜੀ ਦਾ ਹੈ। रुदर ध्यान ज्ञान सतगुर के काप जन पल उनो जो गावे, भले अमरदास गुण तेरे तेरी उपमा तोहे बन आवे। अंग 1396। भाव शिव जी वांग पूर्ण समाधि ला के सतगुर जी दे बख्शे ज्ञान द्वारा हे पल कवि, कुदरत के गुण भावें कोई मनुख वर्णन कर सके, पर ਭੱਲਿਆਂ ਦੀ ਕੁਲ ਵਿੱਚ ਪ੍ਰਗਟ ਹੋਏ हे ਗੁਰੂ ਅਮਰਦਾਸ ਜੀ, ਤੇਰੇ ਗੁਣ ਵਰਣਨ ਨਹੀਂ ਹੋ ਸਕਦੇ, ਤੇਰੇ ਜਿਹਾ ਤੂੰ ਆਪ ਹੀ ਹੈ। ਸਵਈਏ ਮਹੱਲੇ ਚੌਥੇ ਕੇ। ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਸਭ ਤੋਂ ਵੱਧ ਸਵਈਏ 60 ਉਚਾਰੇ ਗਏ ਹਨ। ਪੱਟ ਕਲਸਹਾਰ ਦੇ 13 ਸਵਈਏ ਹਨ। हर नाम रसक गोविंद गुण गाहक, चाहक तत् समत सरे, कवि कल ठकर हर दास तने, गुरु रामदास सर अपर परे। अंक 1396। नाल पट जी के 16 सवैये हैं। पुन मन बच करम जान, अनत दूजा ना मान, नानक सो अपार सार, दीनो गुर रिद तर। नाल कव पारस परस कच्छ कंचना, होए चंदना सुवास, जास सिमरत अनतर। भाव ये नल कवि अपने मन बचना ते कर्मां दे राही नाम नूं दृढ़ कर किसे होर नूं ना जप। वो बेअंत ते श्रेष्ठ नाम गुरु रामदास जी ने तेरे हिरदे दा आसरा बना दिता है, जिस नूं सिमरिया इउं हो जाइदा है जिवें पारस ਦੀ ਛੋਹ ਨਾਲ ਕੱਚ ਸੋਨਾ ਹੋ ਜਾਂਦਾ ਹੈ ਅਤੇ ਚੰਦਨ ਦੀ ਛੋਹ ਨਾਲ ਹੋਰ ਰੁੱਖਾਂ ਵਿੱਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ। ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਪਟ ਗਿਆਨਤ ਜੀ ਦੇ 13 ਸਵਈਏ ਹਨ। ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਿਆਨ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਭਾਵ हे ਗਿਆਨ ਦੇ ਮਨ, ਸਤਿਗੁਰ ਜੀ ਦਾ ਸ੍ਰੇਸ਼ਟ ਨਾਮ ਹਿਰਦੇ ਵਿੱਚ ਧਾਰ ਕੇ ਵਿਕਾਰ ਛੱਡ ਦੇ, ਸਤਿਗੁਰ ਜੀ ਸਦਾ ਥਿਰ ਹੈ।
कथ कथा कथी न जाए, तीन लोक रहा समाए, सुते सिद्ध रूप धारियो, साहन के सा जियो। सत सच श्री निवास, आद पुरख सदा तुही, वाहेगुरु 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 वाह जियो। भाव, हे गुरु, तेरी कथा कथन ਤੋਂ ਪਰੇ ਹੈ। ਤੂੰ ਤਿੰਨਾਂ ਲੋਕਾਂ ਵਿੱਚ ਰਮ ਰਿਹਾ ਹੈ। हे ਸ਼ਾਹਾਂ ਦੇ ਸ਼ਾਹ, ਤੂੰ ਆਪਣੀ ਇੱਛਾ ਨਾਲ ਮਨੁੱਖ ਰੂਪ ਧਾਰਿਆ ਹੈ। हे ਗੁਰੂ, ਤੂੰ ਅਸਚਰਜ ਤੇ ਵਿਸਮਾਦੀ ਅਨੁਭਵ ਹੈ, ਸਤ ਸਰੂਪ ਹੈ, ਅਟਲ ਹੈ, ਆਦਿ ਪੁਰਖ ਹੈ ਤੇ ਸਦਾ ਥਿਰ ਹੈ। ਪਟ ਮਥਰਾ ਦੇ 7 ਸਵਈਏ ਦਰਜ ਹਨ। ਨਾਨਾ ਪ੍ਰਕਾਰ ਜਿਨ ਜਗ ਕਿਓ, ਜਨ ਮਥਰਾ ਰਸਨਾ ਰਸੇ, ਸ੍ਰੀ ਸਤਨਾਮ ਕਰਤਾ ਪੁਰਖ, ਗੁਰੂ ਰਾਮਦਾਸ ਚਿਤੈ ਬਸੇ। ਭਾਵ, ਜਿਸ ਅਕਾਲ ਪੁਰਖ ਨੇ ਕਈ ਤਰ੍ਹਾਂ ਦਾ ਜਗਤ ਰਚਿਆ ਹੈ, ਉਸ ਨੂੰ ਦਾਸ ਮਥਰਾ ਜੀਵ ਨਾਲ ਜਪਦਾ ਹੈ। ਉਹੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਵਸਦਾ ਹੈ। ਪਟ ਬਲ ਜੀ ਦੇ 5 ਸਵਈਏ ਗੁਰੂ ਰਾਮਦਾਸ ਜੀ ਦੀ ਸਿਫਤ ਸਲਾਹ ਕਰਦੇ ਹਨ। ਸੋਹੀ ਰਾਮਦਾਸ ਗੁਰ ਬਲਪਣ, ਮਿਲ ਸੰਗਤ ਤਨ ਤਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਕੀਰਤ ਜੀ ਦੇ 4 ਸਵਈਆਂ ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲਨ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਪਟ ਸਲ ਜੀ ਦੇ 2 ਸਵਈਏ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦੇ ਹਨ। ਗੁਰੂ ਅਮਰਦਾਸ ਥਿਰ ਥਪਿਓ, ਪਰਗਾਮੀ ਤਾਰਨ ਤਰਨ, ਅਗ ਅੰਤਕ ਬਦੇ ਨਾ ਸਲਕਵ, ਗੁਰੂ ਰਾਮਦਾਸ ਤੇਰੀ ਸ਼ਰਨ। ਭਾਵ, ਆਪ ਨੂੰ ਗੁਰੂ ਅਮਰਦਾਸ ਜੀ ਨੇ ਅਟਲ ਕਰ ਦਿੱਤਾ ਹੈ। ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ। हे ਗੁਰੂ ਰਾਮਦਾਸ, ਸਲ ਕਵੀ ਆਖਦਾ ਹੈ, ਜੋ ਮਨੁੱਖ ਤੇਰੀ ਸ਼ਰਨ ਆਇਆ ਹੈ, ਉਹ ਪਾਪਾਂ ਤੇ ਜਮਾਂ ਦੀ ਪਰਵਾਹ ਨਹੀਂ ਕਰਦਾ। ਸਵਈਏ ਮਹੱਲੇ ਪੰਜਵੇਂ ਕੀ। ਪਟ ਕਲਸਹਾਰ ਜੀ ਦੇ 5ਵੇਂ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ 12 ਸਵਈਏ ਹਨ। ਗੁਰੂ ਰਾਮਦਾਸ ਤਨ ਸਰਬ ਕੈ, ਸਹਿਜ ਚੰਦੋਆ ਤਾਣਿਓ, ਗੁਰੂ ਅਰਜਨ ਕਲ ਉਚਰੈ, ਤੈ ਰਾਜ ਜੋਗ ਜਸ ਜਾਣਿਓ। ਭਾਵ, ਗੁਰੂ ਰਾਮਦਾਸ ਜੀ ਦਾ ਸੁਪੁੱਤਰ ਗੁਰੂ ਅਰਜਨ ਦੇਵ ਜੀ ਸਰਬ ਵਿਆਪਕ ਹੈ। ਆਪ ਨੇ ਆਤਮਕ ਅਡੋਲਤਾ ਵਿੱਚ ਆਪਣਾ ਚੰਦੋਆ ਤਾਣਿਆ ਹੋਇਆ ਹੈ। ਕਲ ਕਵੀ ਆਖਦਾ ਹੈ, हे ਗੁਰੂ ਅਰਜਨ ਦੇਵ, ਤੂੰ ਰਾਜ ਅਤੇ ਜੋਗ ਦਾ ਆਨੰਦ ਮਾਣ ਰਿਹਾ ਹੈ। ਪਟ ਮਥਰਾ ਜੀ ਨੇ 7 ਸਵਈਆਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਗੁਣ ਗਾਏ ਹਨ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਇਹ ਮਥਰਾ, ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਹਰੀ ਦੇ ਗੁਰੂ ਅਰਜਨ ਦੇਵ ਜੀ ਨੂੰ ਅਵਤਾਰ ਬਣਾਇਆ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੋਨ ਦੇ ਦੁੱਖਾਂ ਵਿੱਚ ਨਹੀਂ ਆਏ। ਸਵਈਏ ਮਹੱਲੇ ਪੰਜਵੇਂ ਕੇ ਵਿੱਚ ਸ਼ਬਦ ਅਰਜਨ ਜੱਜੇ ਨੂੰ ਔਂਕੜ ਸਹਿਤ 20 ਵਾਰੀ ਲਿਖਿਆ ਗਿਆ ਹੈ। ਇਸ ਦਾ ਉਚਾਰਨ ਜੱਜੇ ਨੂੰ ਔਂਕੜ ਨਾਲ ਅਰਜਨ ਹੀ ਕੀਤਾ ਗਿਆ ਹੈ। ਹਰਬੰਸ ਭੱਟ ਜੀ ਦੇ 2 ਸਵਈਏ ਗੁਰੂ ਅਰਜਨ ਦੇਵ ਜੀ ਦੀ ਉਸਤਤ ਵਿੱਚ ਉਚਾਰੇ ਹਨ। ਭੱਟ ਜੀ ਉਚਾਰਦੇ ਹਨ, ਅਜੈ ਚਵਰ ਸਿਰ ਟੁਲੇ, ਨਾਮ ਅੰਮ੍ਰਿਤ ਮੁਖ ਲਿਓ, ਗੁਰੂ ਅਰਜਨ ਸਿਰ ਛਤਰ, ਆਪ ਪਰਮੇਸ਼ਰ ਦਿਓ। ਭਾਵ, ਆਪ ਦੇ ਸਿਰ ਤੇ ਰੱਬੀ ਚੌਰ ਝੁੱਲ ਰਿਹਾ ਹੈ। ਆਪ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਮੂੰਹੋਂ ਸਦਾ ਉਚਾਰਿਆ ਹੈ। ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਛਤਰ ਪਰਮੇਸ਼ਰ ਨੇ ਆਮ ਬਖਸ਼ਿਆ ਹੈ। ਆਖਰੀ ਸਲਾਈਡ।
ਭੱਟਾਂ ਦੀ ਭਾਸ਼ਾ ਜਾਂ ਬੋਲੀ। ਗੁਰਬਾਣੀ ਦਾ ਪਾਠ ਕਰਨ ਵਾਲੇ ਸਵੀਕਾਰ ਕਰਨਗੇ ਕਿ ਭੱਟਾਂ ਦੀ ਭਾਸ਼ਾ ਪੰਜਾਬੀ ਤਾਂ ਹੋ ਨਹੀਂ ਸਕਦੀ, ਪਰ ਇਹ ਸਾਧੂ ਭਾਸ਼ਾ ਵੀ ਨਹੀਂ। ਉਹਨਾਂ ਦੀ ਭਾਸ਼ਾ ਦੀ ਆਪਣੀ ਹੀ ਨਿਵੇਕਲੀ ਨੁਹਾਰ ਹੈ। ਇਸ ਦਾ ਗੁਰੂ ਸਾਹਿਬਾਨ ਦੀ ਭਾਸ਼ਾ ਨਾਲੋਂ ਵੀ ਕੁਝ ਫਰਕ ਹੈ ਅਤੇ ਭਗਤਾਂ ਦੀ ਬੋਲੀ ਨਾਲੋਂ ਵੀ ਕੁਝ ਵੱਖਰਾਪਨ ਹੈ। ਭੱਟਾਂ ਦੀ ਭਾਸ਼ਾ ਦੇ ਕਈ ਨਾਮ, ਵਿਸ਼ੇਸ਼ਣ ਤੇ ਬਹੁਤ ਕਿਰਦੰਤ। ਕਿਰਦੰਤ ਹੁੰਦਾ ਹੈ ਜੋ ਸ਼ਬਦ ਕਿਰਿਆ ਮੂਲ ਤੋਂ ਬਣੇ ਪਰ ਕਿਰਿਆ ਨਾ ਹੋਵੇ, ਜਿਵੇਂ ਬੋਲ ਤੋਂ ਬੋਲਣਾ, ਸੁਣ ਤੋਂ ਸੁਣਨਾ। ਇਹ ਊੜੇ ਨੂੰ ਹੋੜਾ ਅੰਤਕ ਜਾਂ ਊੜੇ ਨੂੰ ਔਂਕੜ ਅੰਤਕ ਹਨ। ਊੜੇ ਨੂੰ ਹੋੜਾ ਅੰਤਕ ਬ੍ਰਜ ਭਾਸ਼ਾ ਦਾ ਲੱਛਣ ਹੈ, ਪਰ ਭੱਟਾਂ ਦੀ ਭਾਸ਼ਾ ਦਾ ਆਮ ਰੂਪ ਬ੍ਰਜ ਭਾਸ਼ਾ ਵਾਲਾ ਨਹੀਂ। ਇਸ ਦਾ ਪਿੰਡਾ ਰਾਜਸਥਾਨੀ ਬੋਲੀ ਵਾਲਾ ਹੈ, ਕਿਉਂਕਿ ਰਾਜਸਥਾਨੀ ਭਾਸ਼ਾ ਦੀਆਂ ਵਧੇਰੇ ਉਪ-ਭਾਸ਼ਾਵਾਂ ਵੀ ਊੜੇ ਨੂੰ ਹੋੜਾ ਅੰਤਕਾ ਹਨ। ਭੱਟਾਂ ਦਾ ਸੰਬੰਧ ਰਾਜਪੂਤਾਂ ਨਾਲ ਹੋਣ ਕਰਕੇ ਉਹਨਾਂ ਦੀ ਭਾਸ਼ਾ ਦਾ ਰੂਪ ਰਾਜਸਥਾਨੀ ਵਾਲਾ ਹੋਣਾ ਸੁਭਾਵਕ ਸੀ। ਨਾਲ ਹੀ ਭੱਟਾਂ ਦੇ ਜਜਮਾਨ ਅਜੋਕੇ ਪੰਜਾਬ, ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ ਵਿੱਚ ਵੀ ਆਬਾਦ ਸਨ। ਇਸ ਲਈ ਇਹਨਾਂ ਇਲਾਕਿਆਂ ਦੀ ਭਾਸ਼ਾ ਦਾ ਵੀ ਭੱਟਾਂ ਦੀ ਭਾਸ਼ਾ ਤੇ ਕੁਝ ਪ੍ਰਭਾਵ ਵੇਖਿਆ ਜਾ ਸਕਦਾ ਹੈ। ਭੱਟਾਂ ਦੀ ਬੋਲੀ ਦੀ ਆਪਣੀ ਵੱਖਰੀ ਨੁਹਾਰ ਹੈ। ਉਹਨਾਂ ਦੇ ਆਪਣੇ ਹੀ ਬੋਲੇ ਹਨ, ਜਿਵੇਂ ਈਓ, ਹੋਇਓ, ਮਿਲਿਓ, ਧਰਮ ਲਈ, ਤਪੱਸਿਆ, ਗਿਆ, ਜਾਣੀਐ, ਸਕਿਅਤ, ਸਫਲ ਲਈ, ਜੀਵ ਲਈ ਜੀ, ਪੂਰਬ ਲਈ ਪੁਬ, ਆਸਾ ਸੈ, ਸਮ ਸੈ, ਭਿਆਨ ਆਦਿ। ਭੱਟਾਂ ਦੀ ਭਾਸ਼ਾ ਦੇ ਵਿਆਕਰਨਕ ਅੰਸ਼ ਆਮ ਤੌਰ ਤੇ ਗੁਰੂ ਭਾਸ਼ਾ ਨਾਲ ਮਿਲਦੇ ਹਨ। ਵਧੇਰੇ ਫਰਕ ਸ਼ਬਦਾਵਲੀ ਤੇ ਸ਼ਬਦ ਰੂਪਾਂ ਦਾ ਹੈ। ਸੰਯੁਕਤ ਯਈਆ ਦੀ ਵਰਤੋਂ ਤਾਂ ਭੱਟਾਂ ਦੀ ਭਾਸ਼ਾ ਵਿੱਚ ਬਹੁਤ ਹੀ ਜ਼ਿਆਦਾ ਹੈ। ਸੰਯੁਕਤ ਯਈਆ ਤੋਂ ਭਾਵ ਹੈ ਪੈਰ ਵਿੱਚ ਯਈਆ ਜਾਂ ਅੱਧਾ ਯਈਆ। ਯਈਆ ਦੀ ਸੁਤੰਤਰ ਵਰਤੋਂ ਪੂਰਾ ਯਈਆ ਵੀ ਭੱਟਾਂ ਦੀ ਭਾਸ਼ਾ ਵਿੱਚ ਆਮ ਮਿਲਦਾ ਹੈ, ਜਿਵੇਂ ਵਰਦਾਇਓ, ਚਾਏ, ਪਾਇਓ, ਸਕਿਅਤ, ਕਰਿਓ, ਦਿਪਾਇਓ, ਮਿਲਾਇਓ, ਲਾਇਓ ਆਦਿ। ਭੱਟਾਂ ਦੀ ਭਾਸ਼ਾ ਵਿੱਚ ਵਿਆਕਰਨਕ ਨਾਸਿਕਤਾ, ਬਿੰਦੀ ਟਿੱਪੀ ਗੁਰੂ ਭਾਸ਼ਾ ਨਾਲੋਂ ਬਹੁਤ ਘੱਟ ਹੈ। ਸਾਰੀ ਭੱਟ ਬਾਣੀ ਵਿੱਚ ਸ਼ਬਦਾਂਤਕ ਬਿੰਦੀ ਕਿਤੇ ਨਜ਼ਰ ਹੀ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।